ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ। ਲਾਲ ਕਿਲਾ 3 ਦਿਨਾਂ ਲਈ ਰਹੇਗਾ ਬੰਦ। ਮੈਟਰੋ ਸਟੇਸ਼ਨ ਵੀ ਕੀਤਾ ਗਿਆ ਬੰਦ। ਦਿੱਲੀ ਦੀਆਂ ਕੁਝ ਸੜਕਾਂ ਤੇ ਆਵਾਜਾਈ ਠੱਪ। ਦਿੱਲੀ ਬਲਾਸਟ ਮਾਮਲੇ 'ਚ ਸਨਸਨੀਖੇਜ਼ ਖੁਲਾਸਾ। ਅੱਤਵਾਦੀ ਉਮਰ ਦੀ ਪਹਿਲੀ ਤਸਵੀਰ ਆਈ ਸਾਹਮਣੇ। ਹਾਦਸੇ ਤੋਂ 10 ਦਿਨ ਪਹਿਲਾਂ ਖਰੀਦੀ ਗਈ ਸੀ i20 ਕਾਰ। ਦਿੱਲੀ ਬਲਾਸਟ ਮਾਮਲੇ 'ਚ ਪੀਐਮ ਮੋਦੀ ਦਾ ਬਿਆਨ। ਰਾਤ ਭਰ ਸੁਰੱਖਿਆ ਏਜੰਸੀਆਂ ਦੇ ਨਾਲ ਕੀਤੀ ਬੈਠਕ। ਸਾਜ਼ਿਸ਼ 'ਚ ਸ਼ਾਮਿਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਦਿੱਲੀ ਧਮਾਕੇ ਤੋਂ ਇੱਕ ਦਿਨ ਬਾਅਦ ਲਾਲ ਕਿਲਾ ਮੈਟਰੋ ਸਟੇਸ਼ਨ ਯਾਤਰੀ ਸੇਵਾਵਾਂ ਲਈ ਬੰਦ ਕਰ ਦਿੱਤਾ ਗਿਆ ਤੇ ਖੇਤਰ 'ਚ ਆਵਾਜਾਈ ਪਾਬੰਦੀਆਂ ਲਗਾਈਆਂ ਗਈਆਂ ਨੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਦੇਰ ਸ਼ਾਮ ਨੂੰ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਨੇੜੇ ਇੱਕ ਕਾਰ 'ਚ ਇੱਕ ਧਮਾਕਾ ਹੋਇਆ ਜਿਸ 'ਚ 9 ਲੋਕ ਮਾਰੇ ਗਏ ਤੇ 20 ਜ਼ਖਮੀ ਹੋਏ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਐਕਸ ਦੇ ਇੱਕ ਪੋਸਟ 'ਚ ਕਿਹਾ ਹੈ ਕਿ ਲਾਲ ਕਿਲਾ ਮੈਟਰੋ ਸਟੇਸ਼ਨ ਸੁਰੱਖਿਆ ਕਾਰਨਾਂ ਕਰਕੇ ਬੰਦ ਹੈ। ਬਾਕੀ ਸਾਰੇ ਸਟੇਸ਼ਨ ਆਮ ਤੌਰ ਤੇ ਕੰਮ ਕਰ ਰਹੇ ਨੇ। ਦਿੱਲੀ ਟ੍ਰੈਫਿਕ ਪੁਲਿਸ ਨੇ ਸਲਾਹ ਜਾਰੀ ਕੀਤੀ ਜਿਸ ਵਿੱਚ ਕਿਹਾ ਗਿਆ ਕਿ ਨੇਤਾਜੀ ਸੁਭਾਸ਼ ਮਾਰਗ ਤੇ ਛੱਤਾ ਰੇਲ ਕੱਟ ਤੋਂ ਸੁਭਾਸ਼ ਮਾਰਗ ਕੱਟ ਤੱਕ ਪ੍ਰਵੇਸ਼ ਤੇ ਨਿਕਾਸ ਲੈਣਾ ਤੇ ਸਰਵਿਸ ਰੋਡ ਦੋਵਾਂ ਤੇ ਪਾਬੰਦੀਆਂ ਤੇ ਡਾਇਵਰਜਨ ਲਗਾਏ ਗਏ ਨੇ। ਟ੍ਰੈਫਿਕ ਪੁਲਿਸ ਨੇ ਯਾਤਰੀਆਂ ਨੂੰ ਅਗਲੇ ਨੋਟਿਸ ਤੱਕ ਸਵੇਰੇ 6 ਵਜੇ ਤੋਂ ਇਹਨਾਂ ਰਸਤਿਆਂ ਤੋਂ ਬਚਣ ਤੇ ਵਿਕਲਪਿਕ ਰੂਟਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਲਾਲ ਕਿਲੇ ਨੇੜੇ ਹੋਏ ਧਮਾਕੇ ਦੇ ਮੱਦੇਨਜ਼ਰ ਸਾਰੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਤੇ ਸੁਰੱਖਿਆ ਵਧਾ ਦਿੱਤੀ ਗਈ। ਉਹਨਾਂ ਨੇ ਧਮਾਕੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਵੀ ਹਮਦਰਦੀ ਪ੍ਰਗਟ ਕੀਤੀ ਹੈ। ਲਾਲ ਕਿਲਾ ਮੈਟਰੋ ਸਟੇਸ਼ਨ ਦੇ ਨੇੜੇ ਇੱਕ ਟ੍ਰੈਫਿਕ ਸਿਗਨਲ ਤੇ ਕਾਰ ਵਿੱਚ ਹੋਏ ਇੱਕ ਧਮਾਕੇ 'ਚ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਗਈ ਹੈ। 20 ਲੋਕ ਜ਼ਖਮੀ ਨੇ। ਕਈ ਵਾਹਨ ਤਬਾਹ ਹੋ ਗਏ ਨੇ। ਕਿਹਾ ਕਿ ਵਿਸ਼ੇਸ਼ ਸੁਰੱਖਿਆ ਪ੍ਰਬੰਧਾਂ ਦੇ ਨਾਲ ਸਾਰੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਤੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਧਮਾਕੇ ਤੋਂ ਕੁਝ ਘੰਟਿਆਂ ਬਾਅਦ ਉੱਤਰੀ ਰੇਲਵੇ ਨੇ ਕਿਹਾ ਕਿ ਰੇਲਵੇ ਸੁਰੱਖਿਆ ਬਲ ਤੇ ਸਰਕਾਰੀ ਰੇਲਵੇ ਪੁਲਿਸ ਹਾਈ ਅਲਰਟ ਤੇ ਨੇ ਤੇ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਦੇ ਸਾਰੇ ਸਟੇਸ਼ਨਾਂ ਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਰਾਜਧਾਨੀ ਦਿੱਲੀ ਉਸ ਸਮੇਂ ਹਿੱਲ ਗਈ ਜਦੋਂ ਲਾਲ ਕਿਲੇ ਦੇ ਨੇੜੇ ਖੜੀ ਇੱਕ i20 ਕਾਰ 'ਚ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਇੰਨਾ ਜ਼ੋਰਦਾਰ ਸੀ ਉਸ ਦੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੱਤੀ। ਹਾਦਸੇ 'ਚ ਬਹੁਤ ਸਾਰੇ ਲੋਕਾਂ ਦੀ ਦਰਦਨਾਕ ਮੌਤ ਹੋਈ। ਇਸ ਧਮਾਕੇ ਨੇ ਨਾ ਸਿਰਫ ਨੇੜਲੇ ਕਈ ਵਾਹਨਾਂ ਨੂੰ ਤਬਾਹ ਕੀਤਾ ਸਗੋਂ ਪੂਰੇ ਦੇਸ਼ 'ਚ ਸਨਸਨੀ ਮਚਾ ਕੇ ਰੱਖ ਦਿੱਤੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਕਿ ਇਹ ਕੋਈ ਆਮ ਹਾਦਸਾ ਨਹੀਂ ਸੀ ਸਗੋਂ ਇੱਕ ਆਤਮਘਾਤੀ ਹਮਲਾ ਸੀ। ਸਭ ਧਮਾਕੇ ਦਾ ਮਾਸਟਰਮਾਈਂਡ ਇੱਕ ਡਾਕਟਰ ਨਿਕਲਿਆ। ਜਾਣਕਾਰੀ ਮੁਤਾਬਿਕ ਧਮਾਕੇ ਤੋਂ ਠੀਕ ਪਹਿਲਾਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਜਿਸ 'ਚ ਇੱਕ ਚਿੱਟੀ ਰੰਗ ਦੀ i20 ਕਾਰ ਪਾਰਕਿੰਗ ਤੋਂ ਬਾਹਰ ਨਿਕਲਦੀ ਦਿਖਾਈ ਦੇ ਰਹੀ ਹੈ। ਡਾਕਟਰ ਮੁਹੰਮਦ ਉਮਰ ਦੇ ਇਸ 'ਚ ਹੋਣ ਦਾ ਸ਼ੱਕ ਹੈ। ਇਸ ਹਮਲੇ ਨੂੰ ਲੈ ਕੇ ਹੁਣ ਇੱਕ ਸਨਸਨੀਖੇਜ਼ ਖੁਲਾਸਾ ਹੋਇਆ ਯਾਨੀ ਇਸ ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਉਮਰ ਦੀ ਪਹਿਲੀ ਤਸਵੀਰ ਸਾਹਮਣੇ ਆਈ। ਪੁਲਿਸ ਮੁਤਾਬਿਕ ਉਮਰ ਫਰੀਦਾਬਾਦ ਮੋਡਿਊਲ ਦਾ ਹਿੱਸਾ ਹੋ ਸਕਦਾ ਹੈ ਕਿਉਂਕਿ ਬੀਤੇ ਦਿਨੀ ਜੰਮੂ ਕਸ਼ਮੀਰ ਪੁਲਿਸ ਨੇ ਹਰਿਆਣਾ ਦੇ ਫਰੀਦਾਬਾਦ ਤੋਂ ਲਖਨਊ ਤੱਕ 2900 ਕਿਲੋਗ੍ਰਾਮ ਵਿਸਫੋਟਕ ਜ਼ਬਤ ਕੀਤਾ। ਦੂਜੇ ਪਾਸੇ ਦਿੱਲੀ ਪੁਲਿਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਕਾਰ 'ਚ ਸਿਰਫ ਇੱਕ ਵਿਅਕਤੀ ਸੀ। ਪਹਿਲਾਂ ਡਾਕਟਰ ਉਮਰ ਯੂਨਬੀ ਜਿਸਨੇ ਆਪਣੇ ਆਪ ਨੂੰ ਆਤਮਘਾਤੀ ਹਮਲਾਵਰ ਬਣਾ ਕੇ ਵਿਸਫੋਟਕਾਂ ਦੀ ਵਰਤੋਂ ਕਰ ਧਮਾਕਾ ਕੀਤਾ। ਪੁਲਿਸ ਸੂਤਰਾਂ ਅਨੁਸਾਰ ਉਮਰ ਫਰੀਦਾਬਾਦ ਦੇ ਅਲ ਫਲਾਹ ਮੈਡੀਕਲ ਕਾਲਜ ਵਿੱਚ ਡਾਕਟਰ ਵਜੋਂ ਕੰਮ ਕਰਦਾ ਸੀ। ਜਾਂਚ ਤੋਂ ਇਹ ਵੀ ਪਤਾ ਲੱਗਿਆ ਕਿ ਧਮਾਕੇ 'ਚ ਵਰਤੀ ਗਈ i20 ਕਾਰ ਪਹਿਲਾਂ 2 ਵਾਰ ਵੇਚੀ ਜਾ ਚੁੱਕੀ ਸੀ। ਉਮਰ ਨੂੰ ਆਖਰੀ ਵਿਕਰੀ 10 ਦਿਨ ਪਹਿਲਾਂ ਫਰੀਦਾਬਾਦ ਦੇ ਇੱਕ ਨਿਵਾਸੀ ਦੁਆਰਾ ਕੀਤੀ ਗਈ ਸੀ। ਇਸ ਨਾਲ ਪੁਲਿਸ ਨੂੰ ਸਪਸ਼ਟ ਸੰਕੇਤ ਮਿਲ ਗਿਆ ਕਿ ਫਰੀਦਾਬਾਦ ਤੇ ਕਸ਼ਮੀਰ ਦੇ ਨੈਟਵਰਕ ਇਸ ਘਟਨਾ ਨਾਲ ਡੂੰਘਾਈ ਨਾਲ ਜੁੜੇ ਹੋ ਸਕਦੇ ਨੇ। ਜਾਂਚ ਏਜੰਸੀਆਂ ਦੀ ਜਾਂਚ ਤੋਂ ਪਤਾ ਲੱਗਿਆ ਕਿ ਡਾਕਟਰ ਉਮਰ 3 ਘੰਟਿਆਂ ਤੱਕ ਪਾਰਕਿੰਗ 'ਚ ਖੜੀ ਆਪਣੀ i20 ਕਾਰ 'ਚ ਹੀ ਬੈਠਾ ਰਿਹਾ ਤੇ ਉਹ 1 ਮਿੰਟ ਲਈ ਵੀ ਕਾਰ ਤੋਂ ਬਾਹਰ ਨਹੀਂ ਨਿਕਲਿਆ।
ਦਿੱਲੀ ਦੇ ਲਾਲ ਕਿਲਾ ਮੈਟਰੋ ਸਟੇਸ਼ਨ ਨੇੜੇ ਹੋਏ ਕਾਰ ਧਮਾਕੇ ਦੀ ਜਾਂਚ ਅਹਿਮ ਖੁਲਾਸੇ ਹੋਏ ਨੇ। ਜਾਂਚ ਏਜੰਸੀਆਂ ਮੁਤਾਬਿਕ ਇਸ ਹਮਲੇ 'ਚ ਜਿਸ ਵਿਸਫੋਟਕ ਪਦਾਰਥ ਦਾ ਇਸਤੇਮਾਲ ਕੀਤਾ ਗਿਆ ਹੈ ਉਹ ਅਮੋਨੀਅਮ ਨਾਈਟ੍ਰੇਟ ਹੋ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਮੋਨੀਅਮ ਨਾਈਟ੍ਰੇਟ ਦੀ ਵਰਤੋਂ ਕਰਕੇ ਹੀ ਇਹ ਧਮਾਕਾ ਕੀਤਾ ਗਿਆ ਹੈ। ਇਸ ਵਿਸਫੋਟਕ ਦੀ ਪਛਾਣ ਫਰੀਦਾਬਾਦ 'ਚ ਹੋਈ ਕਾਰਵਾਈ ਨਾਲ ਜੁੜੀ ਹੋਈ ਹੈ, ਜਿੱਥੋਂ ਸਵੇਰੇ ਇਸ ਤਰ੍ਹਾਂ ਦਾ ਵਿਸਫੋਟਕ ਬਰਾਮਦ ਹੋਇਆ ਸੀ। ਸੂਤਰਾਂ ਅਨੁਸਾਰ ਅੱਤਵਾਦੀ ਕੋਡ ਵਰਡ ਵਿੱਚ ਇਸ ਨੂੰ ਸਫੇਦ ਪਾਊਡਰ ਵੀ ਕਿਹਾ ਜਾਂਦਾ ਹੈ, ਕਿਉਂਕਿ ਅਮੋਨੀਅਮ ਨਾਈਟ੍ਰੇਟ ਵੀ ਸਫੇਦ ਰੰਗ ਦਾ ਹੁੰਦਾ ਹੈ। ਜਾਂਚ ਏਜੰਸੀਆਂ ਇੱਕ ਅਹਿਮ ਪਹਿਲੂ ਤੋਂ ਜਾਂਚ ਕਰ ਰਹੀ ਉਹਨਾਂ ਦਾ ਮੰਨਣਾ ਹੈ ਕਿ ਫਰੀਦਾਬਾਦ 'ਚ ਡਾਕਟਰ ਉਮਰ ਦੇ ਦੋ ਸਾਥੀ ਡਾਕਟਰਾਂ ਨੂੰ ਫੜੇ ਜਾਣ ਤੋਂ ਬਾਅਦ ਉਮਰ ਮੁਹੰਮਦ ਨੇ ਘਬਰਾਹਟ 'ਚ ਆ ਕੇ ਲਾਲ ਕਿਲੇ ਦੇ ਨੇੜੇ ਇਹ ਧਮਾਕਾ ਕਰ ਦਿੱਤਾ। ਹਾਲਾਂਕਿ ਇਸ ਸ਼ੱਕੀ ਮਕਸਦ ਦਾ ਅਜੇ ਕੋਈ ਪੁਖਤਾ ਸਬੂਤ ਨਹੀਂ ਮਿਲਿਆ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਧਮਾਕੇ 'ਚ ਉਮਰ ਮੁਹੰਮਦ ਦੀ ਮੌਤ ਹੋ ਗਈ ਹੈ। ਸ਼ੱਕ ਹੈ ਕਿ ਉਹ ਹੀ i20 ਕਾਰ ਚਲਾ ਰਿਹਾ ਸੀ। ਇਹ ਕਾਰ ਪੁਲਵਾਮਾ ਦੇ ਰਹਿਣ ਵਾਲੇ ਤਾਰਿਕ ਨਾਮ ਦੇ ਵਿਅਕਤੀ ਨੇ ਉਮਰ ਨੂੰ ਵੇਚੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾਂ ਯਾਤਰਾ ਤੇ ਭੂਟਾਨ ਪਹੁੰਚੇ, ਜਿੱਥੇ ਉਹ ਹਿਮਾਲਿਆ ਦੇਸ਼ ਦੇ ਚੌਥੇ ਰਾਜਾ ਜਿਗਮੇ ਸਿੰਗਏ ਵਾਂਗਚੁਕ ਦੇ 70ਵੇਂ ਜਨਮਦਿਨ ਸਮਾਰੋਹ 'ਚ ਸ਼ਾਮਿਲ ਹੋਏ। ਪਾਰੂ ਹਵਾਈ ਅੱਡੇ ਤੇ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਨੇ ਉਹਨਾਂ ਦਾ ਸਵਾਗਤ ਕੀਤਾ। ਤੋਬਗੇ ਨੇ ਪੋਸਟ 'ਚ ਕਿਹਾ ਕਿ ਮੈਂ ਆਪਣੇ ਵੱਡੇ ਭਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੂਰੇ ਦੇਸ਼ ਨਾਲ ਮਿਲ ਕੇ ਭੂਟਾਨ 'ਚ ਸਵਾਗਤ ਕਰਦਾ। ਪੀਐਮ ਮੋਦੀ ਇਸ ਯਾਤਰਾ ਦੌਰਾਨ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਅਤੇ ਪ੍ਰਧਾਨ ਮੰਤਰੀ ਤੋਬਗੇ ਦੇ ਨਾਲ ਵੀ ਮਿਲੇ। ਪੀਐਮ ਮੋਦੀ ਤੇ ਨਰੇਸ਼ ਵਾਂਗਚੁਕ ਭਾਰਤ ਅਤੇ ਭੂਟਾਨ ਵੱਲੋਂ ਸੰਯੁਕਤ ਰੂਪ ਨਾਲ ਵਿਕਸਿਤ 1020 ਮੈਗਾਵਾਟ ਦੀ ਪੁਨਾਤ ਸਾਂਗਚੂ ਸੈਕਿੰਡ ਪਨ ਬਿਜਲੀ ਪ੍ਰੋਜੈਕਟ ਦਾ ਸੰਯੁਕਤ ਰੂਪ ਨਾਲ ਉਦਘਾਟਨ ਕਰਨਗੇ। ਪੀਐਮ ਮੋਦੀ ਚੌਥੇ ਰਾਜਾ ਨੂੰ ਵੀ ਮਿਲੇ ਤੇ ਭੂਟਾਨ ਦੇ ਸਾਬਕਾ ਰਾਜਾ ਦੇ 70ਵੇਂ ਜਨਮਦਿਨ ਸਮਾਰੋਹ 'ਚ ਸ਼ਾਮਿਲ ਹੋਏ। ਸਮਾਰੋਹ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਉਹ ਬੜੇ ਭਰੇ ਮਨ ਨਾਲ ਭੂਟਾਨ ਪਹੁੰਚੇ ਨੇ। ਉਹਨਾਂ ਰਾਤ ਭਰ ਸੁਰੱਖਿਆ ਏਜੰਸੀਆਂ ਨਾਲ ਬੈਠਕ ਕੀਤੀ ਹੈ। ਸਾਜ਼ਿਸ਼ ਵਿੱਚ ਸ਼ਾਮਿਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਸਾਡੀਆਂ ਜਾਂਚ ਏਜੰਸੀਆਂ ਮਾਮਲੇ ਦੀ ਤਹਿ ਤੱਕ ਜਾਣ। Your Majesty, the fourth king, रॉयल फैमिली के सम्मानित सदस्यगण, भूटान के प्रधानमंत्री जी, अन्य महानुभाव और भूटान के मेरे प्यारे भाई और बहनों, कुजुजांग पोला आज का दिन भूटान के लिए, भूटान के राज परिवार के लिए और विश्व शांति में विश्वास रखने वाले सभी लोगों के लिए बहुत अहम है। सदियों से भारत और भूटान का संबंध बहुत ही गहन, आत्मीय और सांस्कृतिक नाता रहा है और इसलिए इस महत्वपूर्ण अवसर पर शामिल होना भारत का और मेरा कमिटमेंट था। लेकिन आज मैं यहां बहुत भारी मन से आया हूं। कल शाम दिल्ली में हुई भयावह घटना ने सभी के मन को व्यथित कर दिया है। मैं पीड़ित परिवारों का दुख समझता हूं। आज पूरा देश उनके साथ खड़ा है। मैं कल रात भर इस घटना की जांच में जुटी सभी एजेंसियों के साथ, सभी महत्वपूर्ण लोगों के साथ संपर्क में था, विचार विमर्श चलता था, जानकारियों के तार जोड़े जा रहे थे। हमारी एजेंसियां इस षड्यंत्र की तह तक जाएगी।
इसके पीछे के षड्यंत्रकारियों को बख्शा नहीं जाएगा। All those responsible will be brought to justice. His Majesty को अनेक अनेक शुभकामनाएं देता हूं और उनके बेहतर स्वास्थ्य और दीर्घायु होने की कामना करता हूं। साथियों, भारत और भूटान सिर्फ सीमाओं से नहीं, संस्कृतियों से भी जुड़े हैं। हमारा रिश्ता वैल्यूज का है, इमोशंस का है, पीस का है, प्रोग्रेस का है। 2014 में प्रधानमंत्री पद की शपथ लेने के बाद मुझे अपनी पहली विदेश यात्रा में भूटान आने का अवसर मिला था। मैं आज भी उस यात्रा को याद करता हूं तो मन भावनाओं से भर जाता है। भारत और भूटान के संबंध इतने सशक्त और समृद्ध हैं। हम मुश्किलों में भी साथ थे, हमने चुनौतियों का सामना भी मिलकर किया और आज जब हम प्रोग्रेस की प्रॉस्पेरिटी की तरफ चल पड़े हैं तब भी हमारा साथ और मजबूत हो रहा है। हिज मैजेस्टी द किंग भूटान को नई ऊंचाई की ओर ले जा रहे हैं। भारत और भूटान के बीच विश्वास और विकास की जो साझेदारी है वो इस पूरे विजन के लिए बहुत बड़ा मॉडल है। साथियों, आज जब हम दोनों देश तेजी से आगे बढ़ रहे हैं तो इस ग्रोथ को हमारी एनर्जी पार्टनरशिप और गति दे रही है। भारत भूटान हाइड्रो पावर साझेदारी की नींव भी हिज मैजेस्टी द फोर्थ किंग के नेतृत्व में रखी गई थी। हिज मैजेस्टी फोर्थ किंग और हिज मैजेस्टी फिफ्थ किंग दोनों ने ही भूटान में सस्टेनेबल डेवलपमेंट और एनवायरमेंट फर्स्ट का विजन आगे बढ़ाया है। आपके इसी विजन की नींव पर आज भूटान विश्व का पहला कार्बन नेगेटिव देश बना है। बीएसएफ ਵੱਲੋਂ ਆਉਣ ਵਾਲੇ 60ਵੇਂ ਸਥਾਪਨਾ ਦਿਵਸ ਦੇ ਸਬੰਧ ਵਿੱਚ ਜੰਮੂ ਤੋਂ ਕੱਢੀ ਗਈ ਮੋਟਰਸਾਈਕਲ ਰੈਲੀ ਅੱਜ ਜਨਾਲਾ ਦੇ ਪਿੰਡ ਦਿਆਲਪੱਟੀ ਪਹੁੰਚੀ ਥੇ। बीएसएफ ਦੀ 117 ਬਟਾਲੀਅਨ ਵੱਲੋਂ ਮੋਟਰਸਾਈਕਲ ਰੈਲੀ ਦਾ ਭਰਵਾਂ ਸਵਾਗਤ ਕੀਤਾ ਗਿਆ। ਉੱਥੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ बीएसएफ ਵਿੱਚ ਭਰਤੀ ਹੋਣ, ਦੇਸ਼ ਦੀ ਸੇਵਾ ਕਰਨ। ਜ਼ਿਕਰਯੋਗ ਹੈ ਕਿ ਇਹ ਮੋਟਰਸਾਈਕਲ ਰੈਲੀ ਜੰਮੂ ਤੋਂ ਹਰੀ ਝੰਡੀ ਦੇ ਕੇ ਸ਼ੁਰੂ ਕੀਤੀ ਗਈ ਜੋ ਕਿ ਜੰਮੂ ਦੇ ਬੁਰਜ ਗੁਜਰਾਤ ਵਿਖੇ ਪਹੁੰਚੇਗੀ। ਇਹ ਮੋਟਰਸਾਈਕਲ ਰੈਲੀ ਦੇਸ਼ ਭਰ ਦੇ ਵਿੱਚ 1742 ਕਿਲੋਮੀਟਰ ਦੂਰੀ ਤੈਅ ਕਰੇਗੀ। पंजाब सरकार ਵੱਲੋਂ पंजाब पुलिस ਨੂੰ ਮਾੜੇ ਅੰਸਰਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਸਨ। ਥਾਣਾ ਸਿਟੀ ਰਾਜਪੁਰਾ ਦੀ ਪੁਲਿਸ ਨੇ ਸਖਤ ਕਾਰਵਾਈ ਕਰਦੇ ਹੋਏ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਰਾਜਪੁਰਾ ਦੇ ਮੁੱਖ ਅਫਸਰ ਕਿਰਪਾਲ ਸਿੰਘ ਆਪਣੇ ਦਫ਼ਤਰ ਵਿਖੇ ਪ੍ਰੈਸ ਮੀਟਿੰਗ ਦੌਰਾਨ ਦੱਸਿਆ ਕਿ ਬੱਸ ਸਟੈਂਡ ਪੁਲਿਸ ਚੌਂਕੀ ਦੇ ਇੰਚਾਰਜ ਬਲਵੀਰ ਸਿੰਘ ਐਸਆਈ ਜਸਪਾਲ ਸਿੰਘ ਸਣੇ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਅੰਬਾਲਾ ਨੈਸ਼ਨਲ ਹਾਈਵੇ ਤੇ ਮਿਡਵੇ ਢਾਬੇ ਨੇੜੇ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਤਾਂ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਬੈਗ ਚੋਂ 2 ਪਿਸਟਲ, 3 ਮੈਗਜ਼ੀਨ ਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਜਿਸ ਨੂੰ ਰਾਜਪੁਰਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਸ਼੍ਰੀ ਵਰਨ ਸ਼ਰਮ ਆਈਪੀਐਸ ਅਤੇ ਐਸਪੀ ਇਨਵੈਸਟੀਗੇਸ਼ਨ ਸਰਦਾਰ ਗੁਰਬੰਸ ਸਿੰਘ ਬੈਂਸ ਦੀ ਇੱਕ ਸਾਡੀ ਇਨਫੋਰਮੇਸ਼ਨ ਸੀਗੀ। ਉਹ ਇਨਫੋਰਮੇਸ਼ਨ ਤੇ ਸਾਡੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਨੇ ਅੱਡ ਅੱਡ ਸਾਡੀਆਂ ਟੀਮਾਂ ਬਣਾ ਕੇ ਸ਼ਹਿਰ ਦੇ ਵਿੱਚ ਨਾਕਾਬੰਦੀ ਕਰਾਈ। ਸਾਡੀ ਨਾਕਾ ਪਾਰਟੀ ਏਐਸਆਈ ਜਸਪਾਲ ਸਿੰਘ ਮਿਡਵੇ ਤੇ ਜਿਹਨੇ ਨਾਕਾਬੰਦੀ ਕੀਤੀ ਹੁੰਦੀ ਸੀ
ਉਹਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਵਿਅਕਤੀ ਜਿਹਦਾ ਨਾਂ ਗੌਰਵ ਤੇ ਜਿਹੜਾ ਗੁਰਦਾਸਪੁਰ ਦਾ ਰਹਿਣ ਵਾਲਾ, ਇਹਨੂੰ ਇੱਕ ਬੈਗ ਦੇ ਤਹਿਤ ਫੜਿਆ। ਫੜ ਕੇ ਜਿਹਦੀ ਤਲਾਸ਼ੀ ਲਈ, ਤਲਾਸ਼ੀ ਦੌਰਾਨ ਸਾਨੂੰ 2 ਪਿਸਟਲ ਤੇ 3 ਮੈਗਜ਼ੀਨ ਤੇ 2 ਰੌਂਦ ਜਿੰਦਾ ਜਿਹੜੇ ਉਹ ਬਰਾਮਦ ਹੋਏ। ਅੱਜ ਅਸੀਂ ਇਹਦੇ ਤੇ FIR ਨੰਬਰ 172 ਆਰਮਡ ਐਕਟ ਦੇ ਤਹਿਤ ਪਰਚਾ ਦਰਜ ਕਰਕੇ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ। ਸਾਨੂੰ ਮਾਣਯੋਗ ਅਦਾਲਤ ਨੇ 2 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਉਹ ਦਿੱਤਾ। ਹੁਣ ਅਸੀਂ ਇਹਦੀ ਮਤਲਬ ਫਾਰਵਰਡ ਤੇ ਬੈਕਵਰਡ ਲਿੰਕ ਦੇਖਾਂਗੇ ਵੀ ਇਹਨੇ ਕਿਹਨੂੰ ਪਿਸਟਲ ਦੇਣਾ ਸੀ ਤੇ ਕਿੱਥੋਂ ਇਹ ਲੈ ਕੇ ਆਇਆ। ਪਹਿਲਾਂ ਜੀ ਪਹਿਲਾ ਚਾਂਸ ਹੈ ਦਾ ਪਿਸਟਲਾਂ ਦਾ। ਬਾਕੀ ਇਹਦੇ ਤੇ ਇੱਕ ਮਤਲਬ NDPX ਦਾ ਪਰਚਾ ਦਰਜ ਹੈਗਾ, ਜਿਹੜਾ ਸ਼ਿਕਾਰ ਮਛਲੀ ਠਾਣਾ ਪੈਂਦਾ ਕਲਾਸ ਦੇ ਵਿੱਚ ਉੱਥੇ। ਪਿਛਲੇ ਕਈ ਮਹੀਨਿਆਂ ਤੋਂ ਫਤਿਹਗੜ੍ਹ ਚੂੜੀਆਂ ਦੇ ਬਲਾਕ ਸਿੱਖਿਆ ਅਫਸਰ ਪੋਹਲਾ ਸਿੰਘ ਅਤੇ ਬਲਾਕ ਫਤਿਹਗੜ੍ਹ ਚੂੜੀਆਂ ਦੀ ਇੱਕ ਮਹਿਲਾ ਅਧਿਆਪਕ ਸੁਖਪ੍ਰੀਤ ਕੌਰ ਦਾ ਮਹਿਕਮੇ ਦੇ ਕੰਮਾਂ ਨੂੰ ਲੈ ਕੇ ਆਪਸੀ ਵਾਦ-ਵਿਵਾਦ ਚੱਲ ਰਿਹਾ, ਜੋ ਕਿ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ। ਮਾਮਲਾ ਉਸ ਵੇਲੇ ਹੋਰ ਗਰਮਾ ਗਿਆ ਜਦੋਂ ਐਲੀਮੈਂਟਰੀ ਟੀਚਰ ਯੂਨੀਅਨ ਬਲਾਕ ਫਤਿਹਗੜ੍ਹ ਚੂੜੀਆਂ ਵੱਲੋਂ ਫਤਿਹਗੜ੍ਹ ਚੂੜੀਆਂ ਦੇ BPO ਦੇ ਹੱਕ ਵਿੱਚ ਮਹਿਲਾ ਅਧਿਆਪਕ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਪੁਤਲਾ ਫੂਕਿਆ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ। ਇਸ ਸੰਬੰਧੀ ਇਕੱਠੇ ਹੋਏ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਬਲਾਕ ਫਤਿਹਗੜ੍ਹ ਚੂੜੀਆਂ ਦੇ BPO ਪੋਹਲਾ ਸਿੰਘ ਵਧੀਆ ਢੰਗ ਨਾਲ ਬਲਾਕ 'ਚ ਕੰਮ ਕਰ ਰਹੇ ਤੇ ਕਿਸੇ ਨੂੰ ਵੀ ਕੋਈ ਸ਼ਿਕਾਇਤ ਨਹੀਂ, ਉਹਨਾਂ ਨੂੰ ਬਿਨਾਂ ਵਜ੍ਹਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਪਿੰਡ ਖੈਰਾ ਦੇ ਸਰਕਾਰੀ ਸਕੂਲ ਦੀ ਮਹਿਲਾ ਹੈੱਡ ਸੁਖਪ੍ਰੀਤ ਕੌਰ ਨੇ ਵੀ ਕਿਹਾ ਕਿ ਉਸ ਵੱਲੋਂ ਪੋਹਲਾ ਸਿੰਘ ਵਿਰੁੱਧ ਲੜਾਈ ਜਾਰੀ ਰਹੇਗੀ। ਰਾਜਪੁਰਾ ਦੀ ਅਨਾਜ ਮੰਡੀ ਵਿੱਚ ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ ਤੇ ਹੋਰ ਕਈ ਸ਼ਹਿਰਾਂ ਤੋਂ ਕਿਸਾਨ ਬਾਸਮਤੀ ਵੇਚਣ ਵਾਸਤੇ ਆਉਂਦੇ ਨੇ। ਮੰਡੀ ਵਿੱਚ ਨੀਲੀ ਛੱਤ ਥੱਲੇ ਜ਼ੀਰੀ ਪਈ ਹੋਈ ਹੈ, ਬੋਰੀਆਂ ਵੀ ਭਰੀਆਂ ਹੋਈਆਂ ਨੇ। ਕਿਸਾਨ ਬੋਰੀਆਂ ਉੱਪਰ ਹੀ ਬੈਠੇ ਨੇ ਤੇ ਆਪਣਾ ਦੁੱਖੜਾ ਸੁਣਾ ਰਹੇ ਨੇ। ਇਸ ਵਾਰ ਪੰਜਾਬ 'ਚ ਕਾਫੀ ਜ਼ੀਰੀ ਦਾ ਝਾੜ ਘੱਟ ਹੋਇਆ, ਜਿਸ ਕਾਰਨ ਕਿਸਾਨਾਂ ਨੂੰ ਪੈਸੇ ਦੀ ਮਾਰ ਪਈ ਹੈ। ਕਿਸਾਨ ਹੋਰ ਕੁਝ ਨਹੀਂ ਕਰ ਸਕਦਾ। ਹੁਣ ਕਿਸਾਨਾਂ ਨੂੰ ਘਰਾਂ ਦੇ ਗੁਜ਼ਾਰੇ ਕਰਨੇ ਵੀ ਮੁਸ਼ਕਿਲ ਹੋ ਗਏ ਨੇ, ਪਰ ਸਰਕਾਰਾਂ ਕਿਸਾਨਾਂ ਵੱਲ ਧਿਆਨ ਨਹੀਂ ਦੇ ਰਹੀਆਂ। ਅਗਰ ਕਿਸਾਨਾਂ ਦਾ ਕਾਰੋਬਾਰ ਮੱਧਮ ਚੱਲੇਗਾ ਤਾਂ ਮਾਰਕੀਟ ਵਿੱਚ ਵੀ ਮੱਧਮ ਹੀ ਕੰਮ ਚੱਲੇਗਾ। ਉਹਨਾਂ ਦੀ ਸਰਕਾਰ ਨੂੰ ਅਪੀਲ ਹੈ ਕਿ ਕਿਸਾਨਾਂ ਵੱਲ ਧਿਆਨ ਦਿੱਤਾ ਜਾਏ ਤਾਂ ਕਿ ਖੇਤੀ ਲਾਹੇਵੰਦ ਹੋ ਸਕੇ। ਤਲਵੰਡੀ ਸਾਬੋ ਦੇ ਨੇੜਲੇ ਪਿੰਡ ਭਾਗੀ ਬਾਂਦਰ ਦਾ ਜਗਮੇਲ ਸਿੰਘ 100% ਅਪਾਹਜ ਵਿਅਕਤੀ ਹੈ, ਜੋ ਕਿ ਇਕੱਲਾ ਹੀ ਘਰ ਵਿੱਚ ਰਹਿ ਰਿਹਾ ਤੇ ਉਸਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਸਦਾ ਪਿੰਡ ਪਿਛਲਾ ਪਿੰਡ ਬੁਰਜ ਸੇਮਾ, ਜਿਸ ਦੇ ਮਕਾਨ ਦੀ ਦੋਨੋਂ ਕਮਰਿਆਂ ਦੀਆਂ ਛੱਤਾਂ ਡਿੱਗਣ ਵਾਲੀਆਂ ਨੇ ਤੇ ਮੀਂਹ ਤੇ ਹਨੇਰੀਆਂ ਵਿੱਚ ਵੀ ਉਹ ਵਿਹੜੇ ਵਿੱਚ ਹੀ ਪੈਂਦਾ ਹੈ। ਗੁਰਮੇਲ ਸਿੰਘ ਨੇ ਸਮਾਜ ਸੇਵੀ ਸੰਸਥਾਵਾਂ ਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸਦੇ ਘਰ ਦੇ ਕਮਰੇ ਪਵਾ ਕੇ ਦਿੱਤੇ ਜਾਣ ਤਾਂ ਜੋ ਆਪਣਾ ਜੀਵਨ ਗੁਜ਼ਾਰਾ ਕਰ ਸਕੇ। ਉਸ ਕੋਲ ਕਮਾਈ ਦਾ ਕੋਈ ਵੀ ਸਾਧਨ ਨਹੀਂ ਹੈ ਤੇ ਉਹ 100% ਅਪਾਹਜ ਹੋਣ ਕਾਰਨ ਕੋਈ ਵੀ ਕੰਮਕਾਰ ਕਰਨ ਤੋਂ ਵੀ असमर्थ है। ਇਹ ਮਕਾਨ ਬਣੇ ਨੂੰ ਕਿੰਨਾ ਚਿਰ ਹੋ ਗਿਆ? 25-30 ਸਾਲ ਹੋ ਗਏ ਜੀ। ਠੀਕ ਹੈ, ਤੇ ਹੁਣ ਕੀ ਪ੍ਰੋਬਲਮ ਸਮੱਸਿਆ ਕੀ ਆ ਰਹੀ ਹੈ? ਸਮੱਸਿਆ ਉਹੀ ਆਉਂਦੀ ਹੈ, ਮੀਂਹ ਆਉਂਦਾ ਜਦੋਂ ਚੌਣ ਲੱਗ ਜਾਂਦੀਆਂ, ਛੱਤਾਂ ਪੱਟੀਆਂ ਹੋਈਆਂ ਠੀਕ ਹੈ, ਸਾਰੀਆਂ। ਜਦੋਂ ਮੀਂਹ ਆਇਆ ਉਹਨੂੰ ਬਾਹਰ ਪੈਂਦੇ ਆ ਜੀ। ਕਿੰਨਾ ਕੁ ਚਿਰ ਹੋ ਗਿਆ ਇਸ ਤਰ੍ਹਾਂ ਹੀ ਮਤਲਬ ਇਹ ਚੌਂਦੀਆਂ ਨੂੰ ਛੱਤਾਂ ਨੂੰ? ਜਦੋਂ ਮੀਂਹ ਆ ਜਾਂਦਾ ਚੌਣ ਲੱਗ ਜਾਂਦੇ, ਡਰ ਵੀ ਰਹਿੰਦਾ ਜੀ ਕਿਤੇ ਮੀਂਹ ਆ ਬਾਹਲੇ ਪੈ ਕੇ ਹਟਿਆ ਹੁਣ ਤੇ ਬਾਹਰ ਪੈਂਦੇ ਰਹੇ ਆ ਮੀਂਹ 'ਚ। ਕੰਮ ਫਿਰ ਕੀ ਕਰਦੇ ਹੋ ਬਾਈ? ਕੰਮ ਕਰ ਰਹੇ ਕਿੰਨੇ % ਹੈਂਡੀਕੈਪ ਤੋਂ? 100% ਆ ਬਾਈ। 100% ਹੈ, ਮੈਂ ਤਾਂ 90 ਕਿਹਾ 100% ਹੈਂਡੀਕੈਪ ਤੋਂ। ਤੇ ਕੰਮ ਤਾਂ ਬਾਈ ਹੁੰਦਾ ਹੀ ਨਹੀਂ ਹੋਣਾ ਕੋਈ ਫਿਰ? ਤਾਂ ਹੁੰਦਾ ਨਹੀਂ, ਪੈਨਸ਼ਨ ਤੇ ਗੁਜ਼ਾਰਾ ਕਰਦੇ ਆ ਬਾਈ। ਪੈਨਸ਼ਨ ਤੇ ਪੈਨਸ਼ਨ ਕਿੰਨੀ ਕੁ? 1000-1500? 1500 ਰੁਪਏ ਆ ਬਾਈ। ਉਹਦੇ ਨਾਲ ਵੀ ਕਿੰਨਾ ਕੁ ਗੁਜ਼ਾਰਾ ਹੋ ਜਾਂਦਾ ਕੰਮ? ਢੱਲ ਮੈਂ ਸੋ ਜਾਂਦੀ ਆ। ਤੇ ਹੁਣ ਕੀ ਮੰਗ ਕਰਦੇ ਸਮਾਜ ਸੇਵੀ ਸੰਸਥਾਵਾਂ ਤੋਂ, ਸਰਕਾਰ ਤੋਂ? ਘਰ 'ਚ ਕਮਾਉਣ ਵਾਲਾ ਕੋਈ ਨਹੀਂ? ਕੋਈ ਨਹੀਂ ਘਰ 'ਚ ਕਮਾਉਣ ਵਾਲਾ। ਕੀ ਮੰਗ ਕਰਦੇ ਹੁਣ ਫਿਰ? ਮੰਗ ਤਾਂ ਕੀ ਹੁਣ, ਇੱਕ ਰਸੋਈ ਪੈ ਜੇ, ਬਾਥਰੂਮ ਪੈ ਜੇ, ਕਮਰਾ ਪੈ ਜੇ ਬਾਈ, ਵਾਧੂ ਆ। ਠੀਕ ਹੈ। ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰਸਟ ਭਾਈ ਗੁਰੂ ਇਕਬਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੀ ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ ਸਰਾਂ ਦੇ ਮੁੱਖ ਸੇਵਾਦਾਰ ਭਾਈ ਅਮਰਜੀਤ ਸਿੰਘ ਸਿਲਕੀ ਨੇ ਕਿਹਾ ਕਿ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਤਾਬਦੀ 25 ਨਵੰਬਰ ਦਿਨ ਮੰਗਲਵਾਰ ਨੂੰ ਆ ਰਹੀ ਹੈ। ਸ਼ਤਾਬਦੀ ਦੇ ਸਬੰਧ ਵਿੱਚ ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ ਸਰਾਂ ਵਿਖੇ ਅੰਮ੍ਰਿਤ ਵੇਲਾ ਸਮਾਗਮ ਦਾ ਆਯੋਜਨ ਕੀਤਾ ਹੈ। ਇਸ ਮੌਕੇ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ, ਭਾਈ ਜਗਜੀਤ ਸਿੰਘ ਬਬੀਹਾ ਜੀ, ਪਰਮਜੀਤ ਕੌਰ ਪੰਮਾ ਭੈਣ ਵੱਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਰਣਜੀਤ ਸਿੰਘ ਗੋਲਡੀ, ਜਤਿੰਦਰ ਬਿੱਟੂ, ਮਨਦੀਪ ਸਿੰਘ ਭੋਲੂ, ਪ੍ਰੀਤ ਸਿੰਘ, ਪ੍ਰੀਤ ਗੁਰਪਾਲ, ਉਸਤਾਦ ਰਵਿੰਦਰ ਸਿੰਘ ਬੰਟੀ ਸਣੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਰਹੀਆਂ।
ਬਾਬਾ ਕੁੰਦਨ ਸਿੰਘ ਸੰਗਤ ਨਿਵਾਸ ਵਿਖੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅੱਜ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ। ਭਾਈ ਜਗਜੀਤ ਸਿੰਘ ਬਬੀਹਾ ਜੀ ਨੇ ਕੀਰਤਨ ਦੇ ਅਖਾੜੇ ਬਹੁਤ ਸਮਾਂ ਬੰਨਿਆ, ਸੰਗਤਾਂ ਨੇ ਲਾਹਾ ਲਿਆ, ਸਾਰੀਆਂ ਸੰਗਤਾਂ ਨੇ ਬਹੁਤ ਪਿਆਰ ਬਖਸ਼ਿਆ। ਭਾਈ ਅਮਰਜੀਤ ਸਿੰਘ ਸਿਲਕੀ ਵੀਰ ਜੀ, ਭੈਣ ਜੀ ਪਰਮਜੀਤ ਕੌਰ, ਸਾਰਿਆਂ ਦਾ ਉਪਰਾਲਾ ਹੈ। ਸਾਰੀ ਸੰਗਤ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ। ਹੋਰ ਵੀ ਸਮਾਗਮ ਸ਼ਤਾਬਦੀ ਨੂੰ ਲੈ ਕੇ ਰੱਖੇ ਗਏ ਚੱਲੀ ਜਾਂਦੇ ਜੀ, ਚੱਲੀ ਜਾਂਦੇ। ਹੁਣ ਬਹੁਤ ਸਮਾਗਮ ਹਰ ਜਗ੍ਹਾ ਚੱਲ ਰਹੇ ਨੇ, ਤੁਹਾਡੀ ਸੰਗਤਾਂ ਦੀ ਸੀਸ ਨਾਲ ਰੋਜ਼ ਹੀ ਰੋਜ਼ ਚੱਲੀ ਜਾਂਦੇ ਜੀ। ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਸੱਚੇ ਪਾਤਸ਼ਾਹ ਦੀ ਕਿਰਪਾ ਤੇ ਰਹਿਮਤਾਂ ਹੋਈਆਂ ਨੇ। ਮਹਾਂਪੁਰਸ਼ਾਂ ਦਾ ਸੰਗ ਪ੍ਰਾਪਤ ਹੋਇਆ ਹੈ ਤੇ ਇਸ ਸਥਾਨ ਤੇ ਦਰਸ਼ਨ ਹੋਏ ਨੇ। ਬੜਾ ਆਨੰਦ ਵਜਿਆ, ਸੰਗਤਾਂ ਨੇ ਬੜਾ ਪਿਆਰ ਤੇ ਬਹੁਤ ਅਸੀਸਾਂ ਦਿੱਤੀਆਂ। ਸਤਿਗੁਰੂ ਜੀ ਕਿਰਪਾ ਕਰਨ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਿ ਇਸੇ ਤਰ੍ਹਾਂ ਇਸ ਗੁਰੂ ਰੂਪ ਸੰਗਤ ਦੇ ਹਮੇਸ਼ਾ ਆਪਾਂ ਦਰਸ਼ਨ ਕਰਦੇ ਰਹੀਏ ਜੀ। ਅੱਜ ਮਿਤੀ 11 ਨਵੰਬਰ 2025 ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ 350 ਸਾਲਾ ਸ਼ਹੀਦੀ ਸ਼ਤਾਬਦੀ ਆ ਰਹੀ ਹੈ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅੱਜ ਮਿਤੀ 11 ਨਵੰਬਰ 2025 ਨੂੰ ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਾਡੇ ਸਤਿਕਾਰਯੋਗ ਮਹਾਂਪੁਰਖ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਤਿਨਾਂ ਦੀ ਪ੍ਰੇਰਣਾ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਜਿਸ ਵਿੱਚ ਸਾਡੇ ਕੋਲ ਬਹੁਤ ਸਤਿਕਾਰਯੋਗ ਭਾਈ ਜਗਜੀਤ ਸਿੰਘ ਜੀ ਬਬੀਹਾ ਜੀ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਤੇ ਸਾਡੇ ਸਤਿਕਾਰਯੋਗ ਮਹਾਂਪੁਰਖ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਉਹਨਾਂ ਨੇ ਕੀਰਤਨ ਰਾਹੀਂ ਸੰਗਤਾਂ ਦੇ ਦਰਸ਼ਨ ਕੀਤੇ, ਨਿਹਾਲ ਕੀਤਾ। ਇਸੇ ਤਰ੍ਹਾਂ ਸੰਗਤਾਂ ਨੂੰ ਬੇਨਤੀ ਕਿ ਆਉਣ ਵਾਲੇ ਦੀਵਾਨਾਂ 'ਚ ਵੀ ਆਪ ਜੀ ਕਿਰਪਾ ਕਰਿਓ। 18 ਨਵੰਬਰ ਨੂੰ ਵੀ ਇਸੇ ਤਰ੍ਹਾਂ ਅਗਲੇ ਮੰਗਲਵਾਰ ਦੀਵਾਨ ਸਜਣਗੇ 4:30 ਤੋਂ 7। ਉਸ ਤੋਂ ਬਾਅਦ 25 ਨਵੰਬਰ ਨੂੰ ਵੀ ਇਸੇ ਤਰ੍ਹਾਂ 4:30 ਤੋਂ 7 ਦੀਵਾਨ ਸਜਣਗੇ। 25 ਨਵੰਬਰ ਜਿਸ ਦਿਨ ਸ਼ਹੀਦੀ ਸ਼ਤਾਬਦੀ ਦਾ ਦਿਹਾੜਾ ਹੈ, ਉਸ ਦਿਨ ਸਾਡੇ ਸਤਿਕਾਰਯੋਗ ਮਹਾਂਪੁਰਖ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਉਹ ਆਪ ਸੰਗਤਾਂ ਦੇ ਦਰਸ਼ਨ ਕਰਨਗੇ, ਹੋਰ ਜਿੱਥੇ ਵੀ ਸੰਗਤਾਂ ਦੇ ਦਰਸ਼ਨ ਕਰਨਗੇ। ਸਭ ਸੰਗਤਾਂ ਨੂੰ ਬੇਨਤੀ ਕਿ ਆਪ ਜੀ ਇੱਥੇ ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ ਵਿਖੇ ਪਹੁੰਚ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਖੁਸ਼ੀਆਂ, ਉਹਨਾਂ ਦੀਆਂ ਅਸੀਸਾਂ ਪ੍ਰਾਪਤ ਕਰੋ। ਸਭ ਨੂੰ ਬੇਨਤੀ ਆਪ ਜੀ ਜ਼ਰੂਰ ਦਰਸ਼ਨ ਦੇਣਾ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਯਮੁਨਾ ਨਗਰ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕੀਰਤਨੀ ਜਥਿਆਂ ਤੇ ਪ੍ਰਚਾਰਕਾਂ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਇਤਿਹਾਸ ਨਾਲ ਜੋੜਿਆ। ਸਮਾਗਮ ਦੌਰਾਨ ਖਾਸ ਤੌਰ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਅਵਤਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੜ ਪਹੁੰਚੇ। ਸਜੇ ਕੀਰਤਨ ਦਰਬਾਰ ਵਿੱਚ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ, ਭਾਈ ਜਗਮੀਤ ਸਿੰਘ, ਭਾਈ ਰਾਏ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਸਵਰਨ ਸਿੰਘ ਤੇ ਭਾਈ ਜਗਬੀਰ ਸਿੰਘ ਦੇ ਵੱਲੋਂ ਸੰਗਤ ਨੂੰ ਸ਼ਬਦ ਕੀਰਤਨ ਦੇ ਨਾਲ ਨਿਹਾਲ ਕੀਤਾ ਗਿਆ। ਗੁਰੂ ਸਾਹਿਬ ਜੀ ਦੀ ਸ਼ਹੀਦੀ ਨੂੰ ਮਨਾਉਂਦਿਆਂ ਗੁਰੂ ਦੇ ਉਪਦੇਸ਼ਾਂ ਨੂੰ ਸਮਝਣਾ ਚਾਹੀਦਾ। ਗੁਰੂ ਸਾਹਿਬ ਜੀ ਨੇ ਇੱਕ ਉਪਦੇਸ਼ ਪੂਰੇ ਮੁਲਕ ਦੇ ਵਿੱਚ ਉਸ ਵੇਲੇ ਘੁੰਮ ਕੇ ਦਿੱਤਾ ਸੀ, ਅੱਜ ਵੀ ਬੜਾ ਸਾਰਥਕ ਆ। ਪਾਤਸ਼ਾਹ ਨੇ ਆਖਿਆ ਸੀ, ਭੈ ਕਾਹੂ ਕਾ ਦੇਤ ਨੈ ਨਹਿ ਭੈ ਮਨ ਤਾਨ, ਕਾਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਵੀ ਨਾ ਕਿਸੇ ਨੂੰ ਡਰ ਦੇਣਾ ਤੇ ਨਾ ਕਿਸੇ ਦਾ ਡਰ ਲੈਣਾ। ਅੱਜ ਦੇ ਯੁੱਗ ਦੇ ਵਿੱਚ ਵੀ ਇਹ ਗੁਰੂ ਦਾ ਉਪਦੇਸ਼ ਸਾਰਥਕ ਆ ਤੇ ਹਮੇਸ਼ਾ ਰਹੇਗਾ ਵੀ ਅਸੀਂ ਡਰ ਜਿਹੜਾ ਵਾ ਅਕਾਲ ਪੁਰਖ ਦਾ ਰੱਖਣਾ, ਅਕਾਲ ਪੁਰਖ ਦੀ ਭੈ ਭਾਵ ਨਹੀਂ ਚੱਲਣਾ, ਗੁਰੂ ਪਾਤਸ਼ਾਹ ਦੇ ਅਕੀਦੇ ਅਨੁਸਾਰ ਚੱਲਣਾ, ਕਿਸੇ ਤੋਂ ਅਸੀਂ ਡਰਨਾ ਨਹੀਂ ਆ। ਪਿਛਲੇ ਲੰਮੇ ਸਮੇਂ ਤੋਂ ਥੋੜਾ ਜਿਹਾ ਆਪਾਂ ਵੇਖਿਆ ਵੀ ਕੁਝ ਦੇਸ਼ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਜਿੱਥੇ ਸਿੱਖਾਂ ਦੇ ਕੜੇ ਉਤਾਰਨ ਦੀ ਗੱਲ ਜਾਂ ਕਿਰਪਾਨਾਂ ਉਤਾਰਨ ਦੀ ਗੱਲ ਹੀ। ਤਾਂ ਜਦੋਂ ਗੁਰੂ ਪਾਤਸ਼ਾਹ ਦਾ 350 ਸਾਲਾ ਸ਼ਹੀਦੀ ਸਾਕਾ ਮਨਾ ਰਹੇ ਆ, ਪਾਤਸ਼ਾਹ ਨੇ ਜਿੱਥੇ ਤਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ, ਉੱਥੇ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ। ਤਾਂ ਜਿਹੜੀ ਸਿੱਖਾਂ ਦੀ ਇੱਕ ਧਾਰਮਿਕ ਪਛਾਣ ਆ, ਉਹਦੇ ਜਿਹੜੇ ਸਾਡੇ ਇਹ ਚਿੰਨ੍ਹ ਕਕਾਰ ਆ ਜਿਹੜੇ ਗੁਰੂ ਪਾਤਸ਼ਾਹ ਨੇ ਦਿੱਤੇ ਆ, ਇਹਨਾਂ ਦੀ ਮਾਣ ਮਰਿਆਦਾ ਹਮੇਸ਼ਾ ਕਾਇਮ ਰਹਿਣੀ ਚਾਹੀਦੀ। ਕਿਸੇ ਵੀ ਸਟੇਟ ਨੂੰ ਇਹ ਸ਼ੋਰ ਕਰਨਾ ਚਾਹੀਦਾ, ਪੂਰੇ ਭਾਰਤ ਤੇ ਕੇਂਦਰ ਸਰਕਾਰ ਨੂੰ, ਕਿ ਕਿਤੇ ਵੀ ਸਿੱਖ ਨੂੰ ਕਕਾਰਾਂ ਕਰਕੇ ਕੋਈ ਪਰੇਸ਼ਾਨੀ ਨਾ ਹੋਵੇ, ਕਿਉਂਕਿ ਇਹ ਸਾਡਾ ਹੱਕ ਆ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਹਿਲਾ ਮਹਾਨ ਗੁਰਮਤਿ ਸਮਾਗਮ ਹਲਕਾ ਰਾਏ ਸਾਂਸੀ ਦੇ ਅਧੀਨ ਆਉਂਦੇ ਪਿੰਡ ਰਾਏ ਵਿਖੇ ਸਮੂਹ ਸਾਧ ਸੰਗਤ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਰਾਗੀ ਢਾਡੀ ਦੇ ਵਿਸ਼ੇਸ਼ ਜਥਿਆਂ ਵੱਲੋਂ ਕਥਾ ਕੀਰਤਨ ਤੇ ਸੁਰਬੀਰ ਯੋਧਿਆਂ ਦਾ ਗੁਰੂ ਇਤਿਹਾਸ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ ਗਿਆ। ਗੁਰਮਤਿ ਸਮਾਗਮ ਚ ਆਏ ਹੋਏ ਜਥੇ ਦੇ ਸੰਤ ਮਹਾਂਪੁਰਸ਼ਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਪਿੰਡ ਵਾਸੀਆਂ ਸਣੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਹਾਜ਼ਰ ਰਹੀਆਂ।
ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ। ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।